ਇੱਥੇ ਆ ਰਿਹਾ ਜਿੱਦਾਂ ਤੁਸੀਂ ਖੜੇ ਹੁੰਨੇ ਆ ਲੁਧਿਆਣਾ ਮੁੱਲਾਂਪੁਰ ਰੋਡ ਤੇ ਜਾਂ ਤੁਸੀਂ ਜਾ ਰਹੇ ਹੋ ਨਕੋਦਰ ਤੋਂ ਕਪੂਰਥਲੇ ਨੂੰ। ਸਰੀ ਦਾ ਇੱਕ ਵੱਖਰਾ ਰੰਗ। ਸਰੀ ਸਿਰਫ ਉਹੀ ਨਹੀਂ ਜਿਹੜੀਆਂ ਗੋਲੀਆਂ ਚੱਲਦੀਆਂ ਸਰੀ ਦੇ ਵਿੱਚ। ਇੱਥੋਂ ਦੇ ਬੌਰ ਨੌਜਵਾਨ ਨੇ, ਪੜ੍ਹੇ ਲਿਖੇ ਨੇ, ਸਾਰੀ ਪੜ੍ਹਾਈ ਕੀਤੀ ਆ। ਪੜ੍ਹਾਈ ਕਰਨ ਤੋਂ ਬਾਅਦ ਫਾਰਮਿੰਗ ਨੂੰ ਆਪਣਾ ਕਿੱਤਾ ਬਣਾਇਆ। ਖਾਸ ਕਰ ਉਹਨਾਂ ਲੋਕਾਂ ਦੇ ਲਈ ਵੀ ਜਵਾਬ ਜਿਹੜੇ ਕਹਿੰਦੇ ਫਾਰਮਿੰਗ ਦੇ ਵਿੱਚ ਬਚਦਾ ਕੁਝ ਨਹੀਂ। ਲੋਕ ਸਟੋਰ ਦੇ ਨਾਲੋਂ ਇੱਥੇ ਕਿਉਂ ਪ੍ਰੈਫਰ ਕਰਦੇ ਆ? ਇਹ ਤਾਂ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ। ਲਾਈਕ ਸਟੋਰ 'ਚ ਇੱਕ ਦੋ ਵੀਕ ਲਾਈਕ ਉੱਥੇ ਪਈ ਰਹਿੰਦੀ ਹੈ ਸ਼ੈਲਫ ਤੇ। ਇਹ ਤਾਂ ਇੱਕ ਦਿਨ 'ਚ ਆਪਾਂ ਵੇਚਦੇ ਹਾਂ। ਫਾਰਮਿੰਗ ਦੇ ਵਿੱਚ ਜਿਹੜੇ ਇੱਥੋਂ ਦਾ ਯੂਥ ਆ, ਕਈ ਵਾਰੀ ਕਹਿੰਦੇ ਉਹ ਫਾਰਮਿੰਗ ਨੂੰ ਲਾਈਕ ਨਹੀਂ ਕਰਦਾ ਜਾਂ ਇੱਧਰਲੇ ਪਾਸੇ ਬਹੁਤਾ ਆਉਣਾ ਨਹੀਂ ਚਾਹੁੰਦਾ, ਕੋਈ ਇਹ ਪ੍ਰੋਫਿਟੇਬਲ ਨਹੀਂ ਆ। ਤੁਹਾਨੂੰ ਕੀ ਲੱਗਦਾ? ਲਾਈਕ they're all lazy, ਇਸ ਕਰਕੇ ਨਹੀਂ ਕੰਮ ਕਰਦੇ, ਰਾਈਟ? ਉਹ ਤਾਂ ਗੋਲੀਆਂ ਹੀ ਚਲਾਉਂਦੇ ਆ ਹੁਣ। ਇਸ ਰੁੱਤ 'ਚ ਦੇਖੋ ਕੁਦਰਤ ਦਾ ਵੀ ਇੱਕ ਨਿਯਮ ਹੈ, ਜਦੋਂ ਬੇਰੀ ਜ਼ਿਆਦਾ ਆਉਂਦੀ ਹੈ ਮੀਂਹ ਘੱਟ ਪੈਂਦੇ ਆ, ਨਹੀਂ ਤਾਂ BC 'ਚ ਇਸ ਏਰੀਏ 'ਚ ਹਮੇਸ਼ਾ ਮੀਂਹ ਪੈਂਦੇ ਰਹਿੰਦੇ ਆ। ਬਿਲਕੁਲ ਉਦਾਂ ਹੀ ਜਿੱਦਾਂ ਕਣਕਾਂ ਕੱਢਦੇ ਇੰਡੀਆ 'ਚ ਘੱਟ ਪੈਂਦੇ ਹੁੰਦੇ, ਫਲੇ ਚਲਾਉਂਦੇ। ਫਾਰਮ ਦਾ ਕੋਈ ਆਪਣਾ ਆਨੰਦ ਹੈ ਵੀ ਉੱਥੋਂ ਤੋੜ ਕੇ ਤੇ ਇੱਥੇ ਫਾਰਮ ਦੇ ਵਿੱਚ ਹੀ ਵੇਚਣੀ, ਬਜਾਏ ਇਹਦੇ ਵੀ ਇੱਕ ਬੰਦਾ ਸਟੋਰ ਦੇ ਵਿੱਚੋਂ ਲੈਂਦਾ ਜਾਂ ਵੇਚਦਾ। ਦੇਖੋ ਜੀ, ਫਰੈਸ਼ ਫਰੂਟ ਖਾਣਾ ਤਾਂ ਇਟਸ ਆਲਵੇਜ਼ ਲਾਈਕ ਲੱਕੀ, ਯੂ ਕੈਨ ਸੇ ਹੈਲਦੀ ਐਜ਼ ਵੈਲ। ਜਿਹੜੀ ਵੀ ਚੀਜ਼ ਕੋਈ ਪ੍ਰੀਜ਼ਰਵ ਕੀਤੀ ਹੋਈ ਹੈ, ਜਾਂ ਪਹਿਲਾਂ ਉਹ ਗਰਮ ਟੈਂਪਰੇਚਰ ਸੀ, ਫਿਰ ਉਹਨੂੰ ਠੰਡਾ ਕੀਤਾ, ਫਿਰ ਉਹਨੂੰ ਟਰਾਂਸਪੋਰਟ ਕੀਤਾ, ਫਿਰ ਠੰਡਾ ਕੀਤਾ, ਉਹਦੇ 'ਚ ਉਹ ਚੀਜ਼ ਨਹੀਂ ਰਹਿੰਦੀ। ਯੂ ਕੈਨ ਫੀਲ, ਤੁਸੀਂ ਹੁਣ ਇਹਨੂੰ ਖਾ ਕੇ ਦੇਖੋ ਤੇ ਸਟੋਰ ਵਾਲੀ ਖਾਓਗੇ ਤਾਂ ਯੂ ਮਤਲਬ ਕੈਨ ਮੇਕ ਦ ਡਿਫਰੈਂਸ, ਯੂ ਕੈਨ ਫੀਲ ਦ ਡਿਫਰੈਂਸ। ਬਹੁਤ ਫਰਕ ਹੈ ਜੀ। ਇੱਥੇ ਫਾਇਦਾ ਹੁੰਦਾ ਜੀ ਇੱਦਾਂ ਰੋਡ ਦੇ ਉੱਤੇ ਸਾਈਡ ਦੇ ਉੱਤੇ ਵੇਚਣ ਦੇ ਨਾਲ ਆ ਜਾਂਦੇ ਆ ਲੋਕ। ਸੋ ਲੋਕ ਇੱਥੇ ਰੁਕਦੇ ਆ, ਐਕਸਪੈਕਟ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਹੋਊਗਾ। ਬਲਕਿ ਜਿਸ ਦਿਨ ਅਸੀਂ ਨਹੀਂ ਹੁੰਦੇ 2 ਦਿਨ ਬਾਅਦ ਆਈਦਾ, ਲੋਕ ਸਾਨੂੰ ਆ ਕੇ ਕਹਿੰਦੇ ਵੀ ਹੈ ਅਸੀਂ ਕੱਲ੍ਹ ਆਏ ਸੀ, ਤੁਸੀਂ ਇੱਥੇ ਹੈ ਨਹੀਂ ਸੀ। ਅਸੀਂ ਖੜੇ ਹਾਂ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ 64 ਐਵੀਨਿਊ ਦੇ ਉੱਤੇ ਤੇ ਯਾਦ ਇੱਥੇ ਆ ਰਿਹਾ ਜਿੱਦਾਂ ਤੁਸੀਂ ਖੜੇ ਹੁੰਨੇ ਆ ਲੁਧਿਆਣਾ ਮੁੱਲਾਂਪੁਰ ਰੋਡ ਤੇ ਜਾਂ ਤੁਸੀਂ ਜਾ ਰਹੇ ਹੋ ਨਕੋਦਰ ਤੋਂ ਕਪੂਰਥਲੇ ਨੂੰ। ਕਿਉਂ ਇਦਾਂ ਯਾਦ ਆ ਰਿਹਾ? ਕਿਉਂ ਜਦੋਂ ਤੁਸੀਂ ਇਹਨਾਂ ਸੜਕਾਂ ਦੇ ਉੱਤੇ ਜਾਂਦੇ ਆ, ਅੱਜ ਕੱਲ੍ਹ ਸੜਕਾਂ ਦੇ ਪਾਸਿਆਂ ਦੇ ਉੱਤੇ ਖਰਬੂਜੇ, ਹਦਵਾਣੇ ਢੇਰਾਂ ਦੇ ਢੇਰ ਸੜਕਾਂ ਦੇ ਉੱਤੇ ਵਿਕਦੇ ਆ। ਲੋਕ ਕਾਰਾਂ ਰੋਕਦੇ ਆ ਤੇ ਰੋਕ ਕੇ ਖਰੀਦਦੇ ਆ। ਫਰੈਸ਼ ਹੁੰਦੇ ਆ, ਨਾਲ ਹੀ ਪਿੱਛੇ ਫਾਰਮ ਹੁੰਦੇ, ਉੱਥੋਂ ਹੀ ਤੋੜੇ ਹੁੰਦੇ ਆ। ਇੱਥੇ ਖਰਬੂਜੇ ਹਦਵਾਣੇ ਤਾਂ ਫਾਰਮਾਂ ਦੇ ਵਿੱਚ ਨਹੀਂ ਆ, ਪਰ ਛੱਲੀਆਂ, ਬਲੂਬੇਰੀ, ਰੈਸਬੇਰੀ, ਸਟ੍ਰਾਬੇਰੀ, ਇਹ ਆ ਜਿਹੜੇ ਸਾਡੇ ਪਿੱਛੇ ਫਾਰਮ ਆ ਬਿਲਕੁਲ 64 ਐਵੀਨਿਊ ਦੇ ਆਲੇ ਦੁਆਲੇ, ਇੱਥੇ ਲੋਕ ਉਗਾਉਂਦੇ ਆ। ਫਰੈਸ਼ ਫਰੂਟ, ਫਰੈਸ਼ ਚੀਜ਼ਾਂ ਲੈਣ ਦੇ ਲਈ ਲੋਕ ਸੜਕ ਦੇ ਕੰਢਿਆਂ ਦੇ ਉੱਤੇ ਖੜ੍ਹਦੇ ਆ, ਰੁਕਦੇ ਆ। ਰੁਕ ਕੇ ਇੱਥੇ ਸਾਈਡਾਂ ਤੇ ਟੈਂਟ ਲੱਗੇ ਆ, ਬਿਲਕੁਲ ਉਸੇ ਤਰ੍ਹਾਂ ਹੀ ਜਿਹੜੀਆਂ ਇਹ ਚੀਜ਼ਾਂ ਇੱਥੇ ਵੇਚੀਆਂ ਜਾਂਦੀਆਂ। ਖਾਸ ਗੱਲ ਇਹ ਆ ਕਿ ਲੋਕ ਹੈਲਥ ਕੌਨਸ਼ੀਅਸ ਨੇ, ਫਰੈਸ਼ ਬੇਰੀਜ਼ ਜਿਹੜੀਆਂ ਲੈਣੀਆਂ ਚਾਹੁੰਦੇ ਨੇ, ਸਟੋਰ ਦੀਆਂ ਬੇਰੀਜ਼ ਨਾਲੋਂ ਇਹਨਾਂ ਨੂੰ ਪ੍ਰੈਫਰ ਕਰਦੇ ਨੇ। ਫਾਰਮਰ ਨੂੰ ਵੀ ਇਹਦੇ ਵਿੱਚ ਫਾਇਦਾ ਹੁੰਦਾ। ਔਰ ਦੂਜੀ ਗੱਲ, ਜਿਹੜਾ ਤੁਹਾਨੂੰ ਇੱਕ ਫੀਲ ਆਉਂਦਾ ਹੈ ਕਿ ਸੜਕ ਚਲਦੀ ਦੇ ਉੱਤੇ ਤੁਸੀਂ ਪਾਸੇ ਰੁਕ ਕੇ ਤੇ ਉਹਦੇ ਉੱਤੇ ਫਿਰ ਆਪ ਜਾ ਕੇ ਫਾਰਮ ਦੇ ਵਿੱਚੋਂ ਖਰੀਦਦਾਰੀ ਕਰਦੇ ਆ। ਬਹੁਤ ਸਾਰੇ ਫਾਰਮਾਂ ਦੇ ਵਿੱਚ ਤੁਸੀਂ ਆਪ ਰੁਕ ਕੇ ਅੰਦਰ ਜਾ ਕੇ ਬੇਰੀ ਤੋੜ ਸਕਦੇ ਆ, ਪਿਕ ਕਰ ਸਕਦੇ ਆ, ਫਿਰ ਉਹਨੂੰ ਲਿਜਾ ਸਕਦੇ ਆ। ਕਈ ਥਾਵਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਡੀਲਸ ਹੁੰਦੀਆਂ ਵੀ ਇੰਨੀ ਬੇਰੀ ਤੋੜ ਕੇ ਸਾਨੂੰ ਦੇ ਜਾਓ, ਉਹਦੇ ਬਰਾਬਰ ਤੁਸੀਂ ਆਪ ਲੈ ਜਾਓ। ਪਰ ਇੱਥੇ ਜਿਹੜੇ ਆਂਡੇ, ਐਗਜ਼, ਛੱਲੀਆਂ, ਬੇਰੀ ਹਰ ਤਰ੍ਹਾਂ ਦੀ ਉਹ ਮਿਲਦੀ ਆ 64 ਐਵੀਨਿਊ ਦੇ ਉੱਤੇ ਸਰੀ ਦੇ ਵਿੱਚ। ਇਸ ਵੇਲੇ ਅਸੀਂ ਇੱਥੇ ਖੜੇ ਆ ਤੇ ਆਓ ਤੁਹਾਨੂੰ ਲੈ ਕੇ ਚਾਹੁੰਦੇ ਆ ਜਿੱਥੇ ਇਹ ਵੇਚਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। नाम? अफजल नबी। तो यहाँ से आप क्यों खरीद रहे हो, स्टोर से नहीं खरीदते? स्टोर में पता नहीं कितने रोज़ रखते हो, तब बिकता है। और यहाँ तो ये ताज़ा तोड़ के ला के बेचते हैं तो फ्रेश मिलता है। क्या क्या खरीदा आज? बोलते हैं यहाँ ताज़ा मिलता है तो यहाँ से ले ले। अच्छा, एक फार्म का फील आता है यहाँ पे स्टोर से खरीदने से अलावा? यार क्या है कि ये ताज़ा तोड़ के लाए हैं आज, तो ताज़ा ले लेते हैं फ्रेश। और जब यहाँ तोड़ के रखते हैं, कभी आज ये नहीं बिकेगा तो ये बिहान फिर रखेंगे तो 1 रोज़ पुराना हो गया, कभी कभी 2-2 रोज़ पुराना हो जाते हैं। तो वी फील दैट दिस इज़ फ्रेश वन। अच्छा, रेट में कोई डिफरेंस होता है स्टोर से यहाँ का? यार तो डिपेंड है, दुकान वालों को दाम कितना चढ़ाते कितना कम करते हैं। जब नहीं बिकता है तो कुछ कम कर देते हैं।
तो कार्ड से पे होता है यहाँ के कैश ही देते हो? जैसे मांगते वैसे देते हैं, कैश भी रहता है, कार्ड भी रहता है। थैंक यू। ओके, थैंक यू। ਸੋ ਅਸੀਂ ਗੱਲ ਕਰਦੇ ਹਾਂ, ਦੇਖਦੇ ਹਾਂ ਇੱਥੇ ਦੇਖੋ ਬਲੂਬੇਰੀ ਵੀ ਵਿਕ ਰਹੀ ਆ ਤੇ ਛੱਲੀਆਂ ਵੀ ਵਿਕ ਰਹੀਆਂ ਤੇ ਵੇਚਣ ਵਾਲੇ ਜਿਹੜੇ ਨੌਜਵਾਨ ਨੇ ਉਹ ਸਾਡੇ ਪੰਜਾਬੀ ਨੇ, ਇੱਥੋਂ ਦੇ ਬੌਰ ਨੇ, ਅੰਗਰੇਜ਼ੀ ਬੋਲਦੇ, ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਜੇ ਪੰਜਾਬੀ 'ਚ ਸਾਨੂੰ ਕੋਈ ਦੱਸ ਸਕਣ। ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ। ਕਿੱਦਾਂ ਇਹ ਛੱਲੀਆਂ ਦਾ ਕੀ ਰੇਟ ਆ ਇੱਥੇ? ਸੋ ਇੱਕ ਦਰਜਨ $15 ਦਾ ਆ, ਜੇ ਅੱਧੀਆਂ ਲੈਣੀਆਂ ਫਿਰ $8 ਨੂੰ ਪੈਂਦਾ ਆ। ਤੇ ਬੇਰੀ? ਬੇੜੀ ਆ 5 ਪਾਉਂਡ ਦੇ $20, ਨਾਲੇ ਜੇ 10 ਪਾਉਂਡ ਲੈਣੇ ਫਿਰ $35 ਦੇ ਆ। ਤੇ ਇਹ ਜਦੋਂ ਤੁਸੀਂ ਉੱਥੇ ਕੈਨਰੀ ਦੇ ਉੱਤੇ ਬੇਰੀ ਦਿੰਦੇ ਜਾਂ ਇੱਥੇ ਵੇਚਦੇ ਆ, ਇਹ ਇੱਕ ਮਤਲਬ ਤੁਸੀਂ ਆਪ ਪ੍ਰੋਡਿਊਸ ਕਰਦੇ ਆ ਜਾਂ ਕਿੰਨਾ ਕੁ ਫਾਇਦਾ? ਤੇ ਪਿੱਛੇ ਲਾਈ ਆ ਬੇੜੀ, ਇੱਥੇ ਪਿੱਛੇ 20 ਏਕੜ ਲਾਏ ਆ ਆਪਣੇ। ਤੇ ਛੱਲੀਆਂ? ਛੱਲੀਆਂ ਆਪਾਂ ਚਲੋਵਾਕ ਤੋਂ ਚੱਕਦੇ ਆ। ਬਹੁਤ ਲੇਟ ਸੀ ਇਹ ਸੀਜ਼ਨ, ਸੋ ਆਪਾਂ ਹੁਣ ਤਾਂ ਚਲੋਵਾਕ ਤੋਂ ਚੱਕਦੇ ਆ। ਜਦੋਂ ਆਪਣੀ ਪੱਕ ਗਈ ਫਿਰ ਆਪਣਾ ਉਹੀ ਵੇਚਣਾ ਫਿਰ। ਇਹ ਡੇਲੀ ਹੁੰਦੇ ਹੋ ਇੱਥੇ ਇਹ ਸੇਲ ਕਰਨ ਦੇ ਲਈ? ਯਾ ਰੋਜ਼ ਹੀ ਆਉਂਦੇ ਜੀ, ਐਵਰੀਡੇ। ਕਿੰਨਾ ਚਿਰ ਸੀਜ਼ਨ ਹੁੰਦਾ ਸਾਲ 'ਚ, ਕਦੋਂ ਸ਼ੁਰੂ ਕਰਦੇ ਆ? ਜੂਨ ਦੇ ਵਿੱਚ ਸ਼ੁਰੂ ਹੁੰਦਾ ਹੈ ਸੀਜ਼ਨ। ਜੂਨ ਦੇ ਵਿੱਚ ਸ਼ੁਰੂ ਹੁੰਦਾ, ਨਾਲੇ ਯੂਜੂਅਲੀ ਸਪਟੈਂਬਰ ਦੇ ਵਿੱਚ ਲਾਸਟ ਹੁੰਦਾ ਆ। ਤੇ ਇਹ ਕਿੰਨਾ ਕੁ ਚਿਰ ਫਿਰ ਇੱਥੇ ਡੇਲੀ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਕੁ ਤੱਕ ਰਹਿੰਦੇ ਆ ਇੱਥੇ? ਅਸੀਂ ਇੱਥੇ 10 ਵਜੇ ਸਵੇਰੇ ਆ ਜਾਂਦੇ, ਨਾਲੇ 8-9 ਵਜੇ ਇੱਥੇ ਟੁੱਟ ਪੈਂਦੇ ਘਰ ਨੂੰ। ਹਾਂਜੀ। ਤੇ ਜਿਹੜੇ ਕਿੰਨੇ ਕੁ ਲੋਕ ਆਉਂਦੇ ਆ ਖਰੀਦਣ ਲਈ? ਬਿਜ਼ੀ ਰਹਿੰਦੇ ਹੋ? ਬਿਜ਼ੀ ਹੁੰਦੇ ਆ, ਰਾਈਟ। ਅਸੀਂ ਅਸੀਂ ਕਹਿ ਨਹੀਂ ਸਕਦੇ ਜਾਂ ਸਲੋ ਆ, ਪਰ ਗੁੱਡ ਰਹਿੰਦਾ। ਤੇ ਲੋਕ ਸਟੋਰ ਦੇ ਨਾਲੋਂ ਇੱਥੇ ਕਿਉਂ ਪ੍ਰੈਫਰ ਕਰਦੇ ਆ? ਇਹ ਤਾਂ ਕੁਆਲਿਟੀ ਬਹੁਤ ਵਧੀਆ ਹੁੰਦੀ ਆ। ਲਾਈਕ ਸਟੋਰ 'ਚ ਇੱਕ ਦੋ ਵੀਕ ਲਾਈਕ ਉੱਥੇ ਪਈ ਰਹਿੰਦੀ ਆ ਸ਼ੈਲਫ ਤੇ। ਇਹ ਤਾਂ ਇੱਕ ਦਿਨ 'ਚ ਆਪਾਂ ਵੇਚਦੇ ਆ, ਤੋੜ ਕੇ ਆਪਾਂ ਵੇਚਦੇ ਆ ਇੱਕ ਦਿਨ 'ਚ। ਲੋਕ ਇੱਥੇ ਆਪ ਤੋੜਦੇ ਵੀ ਕੁਝ ਥਾਵਾਂ ਦੇ ਉੱਤੇ ਜਿੱਦਾਂ ਆਫਰ ਕਰਦੇ ਆ, ਤੁਸੀਂ ਵੀ ਕਰਦੇ ਹੋ ਕਿ? ਯੂਪੈਕ ਯੂਪੈਕ ਯੂਜੂਅਲੀ ਇਦਾਂ ਨਹੀਂ ਕਰਦੇ, ਆਪਣੀ ਤਾਂ ਲਾਈਕ ਸਮਾਲ ਕੁਆਂਟੀਟੀ ਆ ਜਿਹੜੀ ਆਪਾਂ ਇੱਥੇ ਵੇਚਦੇ ਆ, ਸੋ ਆਪਾਂ ਸਾਰੀ ਇੱਥੇ ਵਿਕ ਜਾਂਦੀ ਆ। ਤੇ ਉਹ ਓਨੀ ਕੀ ਲੈ ਕੇ ਆਉਂਦੇ ਹੋ ਰੋਜ਼? ਯਾ ਇੰਨੀ ਰੋਜ਼ ਹੀ ਫਰੈਸ਼ ਹੀ ਆਪਾਂ ਫਰੈਸ਼ ਹੀ ਤੋੜਦੇ ਆ ਜੀ। ਤੇ ਫਾਰਮਿੰਗ ਦੇ ਵਿੱਚ ਜਿਹੜੇ ਇੱਥੋਂ ਦਾ ਯੂਥ ਆ, ਕਈ ਵਾਰੀ ਕਹਿੰਦੇ ਉਹ ਫਾਰਮਿੰਗ ਨੂੰ ਲਾਈਕ ਨਹੀਂ ਕਰਦਾ ਜਾਂ ਇੱਧਰਲੇ ਪਾਸੇ ਬਹੁਤਾ ਆਉਣਾ ਨਹੀਂ ਚਾਹੁੰਦਾ, ਕੋਈ ਇਹ ਪ੍ਰੋਫਿਟੇਬਲ ਨਹੀਂ ਆ, ਤੁਹਾਨੂੰ ਕੀ ਲੱਗਦਾ? ਲਾਈਕ they're all lazy, ਇਸ ਕਰਕੇ ਨਹੀਂ ਕੰਮ ਕਰਦੇ, ਰਾਈਟ। ਉਹ ਤਾਂ ਗੋਲੀਆਂ ਹੀ ਚਲਾਉਂਦੇ ਆ ਹੁਣ। ਆਪਾਂ ਤਾਂ ਫਾਰਮਿੰਗ ਦਾ ਕੰਮ ਲੱਗ ਕਰਦੇ ਆ ਜੀ। everyone eats, so we make food for everyone। ਇਹ ਫਾਰਮਿੰਗ ਤੁਹਾਨੂੰ ਬਾਕੀ ਬਿਜ਼ਨਸ ਨਾਲੋਂ ਕਿੱਦਾਂ ਡਿਫਰੈਂਟ ਲੱਗਦਾ? ਕਿਉਂਕਿ ਪੰਜਾਬੀਆਂ ਦਾ ਖਾਸ ਸ਼ੌਕ ਹੁੰਦਾ ਫਾਰਮਿੰਗ, ਇਹਦੇ ਨਾਲ ਖਾਸ ਅਟੈਚਮੈਂਟ ਆ। ਪੇਰੈਂਟਸ ਨੇ ਇੱਧਰ ਮੋਟੀਵੇਟ ਕੀਤਾ ਜਾਂ ਆਪ ਹੀ ਇੱਧਰ ਆਏ? Don't need, like we as kid parents ਵੀ motivate ਕਰਦੇ ਆ, so both ways। ਇੱਥੋਂ ਦੇ ਬੌਰਨ ਤੁਸੀਂ ਪੰਜਾਬੀ ਚੰਗੀ ਬੋਲਦੇ ਆ, ਇਹ ਸਾਰਾ ਕੰਮ ਕਰਦੇ ਆ, ਇਹ ਕਿੱਦੋਂ ਸਿੱਖਦੇ ਹੋ? It's just my whole family speaks Punjabi, so ਮੈਂ ਵੀ ਪੰਜਾਬੀ ਬੋਲਦਾ ਜੀ, ਇਦਾਂ ਹੀ ਚੱਲਦਾ। ਜੀ ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ। ਸੋ ਦੋਸਤੋ ਇੱਥੇ ਲੋਕ ਆ ਰਹੇ ਆ 64 ਐਵਨਿਊ ਦੇ ਉੱਤੇ, ਔਰ ਖਾਸ ਗੱਲ ਕਿ ਸਰੀ ਸਿਰਫ ਉਹੀ ਨਹੀਂ ਜਿਹੜੀਆਂ ਗੋਲੀਆਂ ਚੱਲਦੀਆਂ ਸਰੀ ਦੇ ਵਿੱਚ। ਇੱਥੋਂ ਦੇ ਬੌਰ ਨੌਜਵਾਨ ਨੇ, ਪੜ੍ਹੇ ਲਿਖੇ ਨੇ, ਸਾਰੀ ਪੜ੍ਹਾਈ ਕੀਤੀ ਆ। ਪੜ੍ਹਾਈ ਕਰਨ ਤੋਂ ਬਾਅਦ ਫਾਰਮਿੰਗ ਨੂੰ ਆਪਣਾ ਕਿੱਤਾ ਬਣਾਇਆ। ਖਾਸ ਕਰ ਉਹਨਾਂ ਲੋਕਾਂ ਦੇ ਲਈ ਵੀ ਜਵਾਬ ਜਿਹੜੇ ਕਹਿੰਦੇ ਫਾਰਮਿੰਗ ਦੇ ਵਿੱਚ ਬਚਦਾ ਕੁਝ ਨਹੀਂ, ਇਸ ਤਰੀਕੇ ਦੇ ਨਾਲ ਇੱਥੇ ਵੀ ਬਚ ਸਕਦਾ। ਔਰ ਸਵੇਰ ਤੋਂ ਸ਼ਾਮ ਤੱਕ ਬਿਜ਼ੀ ਆ। ਕਦੇ ਵੀ ਤੁਸੀਂ 64 ਐਵਨਿਊ ਤੋਂ ਇੱਧਰ ਲੈਂਗਲੀ ਵੱਲ ਨੂੰ ਜਾਂਦੇ ਆ ਸਰੀ ਤੋਂ, ਤਾਂ ਇੱਥੇ ਰੁਕੋ ਜ਼ਰੂਰ। ਇਹਨਾਂ ਕੋਲੋਂ ਐਗਜ਼, ਛੱਲੀਆਂ ਤੇ ਜਿਹੜੀ ਬਲੂਬੇਰੀ ਆ ਉਹ ਇੱਥੋਂ ਤੁਸੀਂ ਲੈ ਸਕਦੇ ਹੋ। ਸਾਡੇ ਪਿਛਲੇ ਪਾਸੇ ਰੈਸਬੇਰੀ ਦਾ ਫਾਰਮ ਆ। ਇਸ ਫਾਰਮ ਦੇ ਵਿੱਚੋਂ ਬੇਰੀ ਤੋੜਦੇ ਦੋ ਤਰ੍ਹਾਂ ਹੀ ਕਰਦੇ ਆ। ਇੱਕ ਤਾਂ ਇਹਨੂੰ ਵੱਡੇ ਲੈਵਲ ਦੇ ਉੱਤੇ ਤੋੜਨ ਤੋਂ ਬਾਅਦ ਲੈ ਕੇ ਜਾਂਦੇ ਆ ਅੱਗੇ। ਦੂਜੇ ਸ਼ਬਦਾਂ 'ਚ ਕਹਿ ਲਈਏ ਕੁਛ ਨੂੰ ਤੋੜ ਕੇ ਥੋੜ੍ਹਾ ਪਰਚੂਨ ਕਰਕੇ ਵੀ ਇੱਥੇ ਵੇਚਿਆ ਜਾਂਦਾ। ਵੀਰ ਜੀ ਇੱਥੇ ਖੜੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਕਿੰਨੀ ਕੁ ਵੇਚ ਲੈਂਦੇ ਹੋ ਜੀ ਸਵੇਰ ਤੋਂ ਸ਼ਾਮ ਤੱਕ? ਇਹ ਕੋਈ 250-300 ਪਾਉਂਡ ਅਸੀਂ ਇੱਥੇ ਸਟਾਲ ਤੇ ਵੇਚ ਦਿੰਦੇ ਆ ਜੀ। ਇਹਦਾ ਰੇਟ ਕੀ ਆ? ਮਤਲਬ ਆਹ ਇੱਕ ਦੇ ਵਿੱਚ ਕਿੰਨੀ ਆ ਤੇ ਇਹ ਕਿੰਨੇ ਦੀ ਆ ਜੀ? ਇਹ 2 ਪਾਉਂਡ ਦੀ ਬਾਸਕਟ ਹੈ ਜੀ, ਬਟ ਇਹ 'ਚ 2.5 ਪਾਉਂਡ ਬੇਰੀ ਹੁੰਦੀ ਹੈ ਸਟ੍ਰਾਬੇਰੀ। ਸੋ ਵੀ ਸੈਲ ਇਟ ਐਟ $10 ਪਰ ਬਾਸਕਟ। ਸੋ $10 ਦੀ ਇਹ 2-2.5 ਪਾਉਂਡ ਮਿਲ ਜਾਂਦੀ ਹੈ। ਹਾਂਜੀ। ਤੇ ਇਹ ਬਲੂਬੇਰੀ ਜੀ ਇਹ ਪੈਕ ਆਪ ਕਰਦੇ ਹੋ ਜਾਂ ਇਹਨੂੰ ਕਿਤੇ? ਸਾਡੀ ਕੈਨਰੀ ਹੈ ਜੀ, ਸਾਡਾ ਮੇਨ ਫਾਰਮ ਆ, ਸਾਡੀ ਕੈਨਰੀ ਹੈ। ਇਹ ਕੈਨਰੀ 'ਚ ਪੈਕ ਹੋਈ ਵੀ ਹੈ ਤੇ ਇਹ ਅਸੀਂ ਖੁੱਲੀ ਵੀ ਵੇਚਦੇ ਹਾਂ। ਲਗਸ ਕਿਸੇ ਨੇ ਲੈਣੀ ਹੋਵੇ, ਜੇ ਪੈਕਿੰਗ 'ਚ ਕਿਸੇ ਨੇ ਲੈਣੀ ਹੈ ਤਾਂ ਪੈਕਿੰਗ 'ਚ ਵੀ ਵੇਚਦੇ ਹਾਂ ਜੀ ਅਸੀਂ। ਇੱਥੇ ਫਾਇਦਾ ਹੁੰਦਾ ਜੀ ਇੱਦਾਂ ਰੋਡ ਦੇ ਉੱਤੇ, ਸਾਈਡ ਦੇ ਉੱਤੇ ਵੇਚਣ ਦੇ ਨਾਲ ਆ ਜਾਂਦੇ ਆ ਲੋਕ? ਹਾਂ, ਇੱਥੇ ਲੋਕ ਆ ਜਾਂਦੇ ਆ ਜੀ। ਜਿੱਦਾਂ ਸ਼ੁਰੂ 'ਚ ਤੁਸੀਂ ਖੜਦੇ ਹੋ ਤਾਂ ਘੱਟ ਲੋਕ ਆਉਂਦੇ ਆ, ਪਰ ਇੱਥੇ ਆਲਰੇਡੀ ਹੁਣ ਆਲਮੋਸਟ ਸਟੈਂਡ ਬਣ ਚੁੱਕਿਆ। ਲੋਕਾਂ ਨੂੰ ਪਤਾ ਹੈ ਵੀ ਇੱਥੇ ਫਰੂਟ ਹੁੰਦਾ, ਫਰੈਸ਼ ਹੁੰਦਾ, ਸਾਹਮਣੇ ਵਾਲਿਆਂ ਕੋਲ ਵੀ ਹੁੰਦਾ, ਸਾਡੇ ਕੋਲ ਹੀ ਹੁੰਦਾ। ਸੋ ਲੋਕ ਇੱਥੇ ਰੁਕਦੇ ਆ, ਐਕਸਪੈਕਟ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਹੋਊਗਾ। ਬਲਕਿ ਜਿਸ ਦਿਨ ਅਸੀਂ ਨਹੀਂ ਹੁੰਦੇ 2 ਦਿਨ ਬਾਅਦ ਆਈਦਾ, ਲੋਕ ਸਾਨੂੰ ਆ ਕੇ ਕਹਿੰਦੇ ਵੀ ਹੈ ਅਸੀਂ ਕੱਲ੍ਹ ਆਏ ਸੀ, ਤੁਸੀਂ ਇੱਥੇ ਹੈ ਨਹੀਂ ਸੀ। ਕਈ ਵਾਰੀ ਮੀਂਹ ਪੈਣੇ ਸ਼ੁਰੂ ਹੋ ਜਾਂਦੇ, ਫਿਰ ਓਕੇ ਹੁੰਦਾ?
ਹਾਂ ਜਿੱਦਾਂ ਹੁਣ ਟੈਂਟ ਹੈਗਾ ਤਾਂ ਇਟਸ ਫਾਈਨ, ਅਦਰਵਾਈਜ਼ ਸਾਡੇ ਕੋਲੇ ਯੂਜ਼ੂਲੀ ਇੱਕ ਕਾਰ ਵੀ ਹੁੰਦੀ ਹੈ। ਫਿਰ ਜਾਂ ਤਾਂ ਇਹ ਹੈ ਕਿ ਤੁਸੀਂ ਆਪਣੀ ਦੁਕਾਨ ਬੰਦ ਕਰੋ ਤੇ ਚਲੇ ਜਾਓ, ਜ਼ਿਆਦਾ ਮੀਂਹ ਪੈ ਰਿਹਾ, ਜੇ ਥੋੜ੍ਹਾ ਬਹੁਤਾ ਯੂ ਕੈਨ ਵੇਟ ਫॉर ਸਮ ਟਾਈਮ ਤਾਂ ਦੈਟਸ ਫਾਈਨ, ਇਟਸ ਮੈਨੇਜੇਬਲ। ਪਰ ਇਸ ਰੁੱਤ 'ਚ ਦੇਖੋ ਕੁਦਰਤ ਦਾ ਵੀ ਇੱਕ ਨਿਯਮ ਹੈ, ਜਦੋਂ ਬੇਰੀ ਜ਼ਿਆਦਾ ਆਉਂਦੀ ਹੈ ਮੀਂਹ ਘੱਟ ਪੈਂਦੇ ਆ, ਨਹੀਂ ਤਾਂ BC 'ਚ ਇਸ ਏਰੀਏ 'ਚ ਹਮੇਸ਼ਾ ਮੀਂਹ ਪੈਂਦੇ ਰਹਿੰਦੇ ਆ। ਬਟ ਇਹਨਾਂ ਤੁਸੀਂ ਨੋਟ ਕਰਿਓ ਆ 1.5-2 ਮਹੀਨੇ ਜਿੱਦਾਂ ਜੁਲਾਈ, ਅਗਸਤ, ਮੇਬੀ ਸਮ ਪਾਰਟ ਆਫ ਸੈਪਟੰਬਰ ਐਜ਼ ਵੈਲ, ਇਹਦੇ 'ਚ ਇਹ ਸਾਰੀ ਜਿਹੜੀ ਸਟ੍ਰਾਬੇਰੀ ਹੈ, ਬਲੂਬੇਰੀ ਖਾਸ ਕਰ ਇਸ ਸੀਜ਼ਨ 'ਚ ਆਉਂਦੀ ਹੈ। ਪਰ ਵੈਸੇ ਕੁਦਰਤ ਵੀ ਨਹੀਂ, ਉਹ ਮੀਂਹ ਘੱਟ ਪੈਂਦੇ ਜੀ ਅੱਜ ਕੱਲ੍ਹ। ਬਿਲਕੁਲ ਉਦਾਂ ਹੀ ਜਿੱਦਾਂ ਕਣਕਾਂ ਕੱਢਦੇ ਇੰਡੀਆ 'ਚ ਘੱਟ ਪੈਂਦਾ ਹੁੰਦਾ ਫਲੇ ਚਲਾਉਂਦੇ, ਇਹ ਨਾਲ ਹੀ ਤੋੜ ਕੇ ਲਿਆਉਂਦੇ ਫਾਰਮ ਦੇ ਵਿੱਚੋਂ। ਹਾਂ ਜਿਹੜੀ ਸਟ੍ਰਾਬੇਰੀ ਹੈ ਜੀ, ਸਟ੍ਰਾਬੇਰੀ ਇਹ ਫਰੂਟ ਇਹ 1-2 ਦਿਨ ਦਾ ਹੀ ਫਰੂਟ ਹੈ ਜੀ, ਜਿਹੜਾ ਨੈਚੁਰਲ ਹੈ। ਜੇ ਤੈਨੂੰ ਪ੍ਰਜ਼ਰਵੇਟਿਵ ਕੀਤਾ ਹੋਇਆ ਸਟੋਰ ਵਾਲਿਆਂ ਨੇ, ਉਹ ਤਾਂ ਆਈ ਡੋਂਟ ਨੋ ਹਾਊ ਦੇ ਮੈਨੇਜ। ਪਰ ਫਾਰਮਰ ਲਈ ਤਾਂ ਇਹ, ਜੇ ਅਸੀਂ ਇਹਨੂੰ ਇੱਕ ਦਿਨ ਰੱਖ ਲਈਏ, ਸ਼ਾਮ ਤੱਕ ਇਹ ਕਮਲਾਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਦੇਖੋ ਰੰਗ ਇਹਦਾ ਡਾਰਕ ਹੋ ਜਾਂਦਾ, ਕਾਲਾ ਹੋਣਾ ਸ਼ੁਰੂ ਹੋ ਜਾਂਦਾ। ਸੋ ਅਸੀਂ ਇਹੀ ਪ੍ਰੈਕਟਿਸ ਬਣਾਈ ਹੈ ਵੀ ਇੱਕ ਬੰਦਾ ਤੋੜੀ ਜਾਂਦਾ, ਦੂਜਾ ਬੰਦਾ ਸਟਾਲ ਤੇ ਵੇਚੀ ਜਾਂਦਾ, ਜਿੰਨੀ ਕੁ ਤੋੜੀ ਜਾਂਦਾ ਉਨੀ ਕੁ ਵਿਕੀ ਜਾਂਦੀ ਹੈ। ਇਹ ਕਰਦੇ ਕਰਦੇ ਅਸੀਂ ਮਤਲਬ 250-300, ਕਈ ਵਾਰ 400 ਵੀ ਵਿਕ ਜਾਂਦੀ ਹੈ। ਜੇ ਕੋਈ ਬੰਦਾ ਇਕੱਠੀ ਲੈਣ ਆਵੇ ਤਾਂ ਫਿਰ ਉਹਨੂੰ ਵੇਟ ਕਰਨੀ ਪੈਂਦੀ ਹੈ। ਫਿਰ ਜਿੱਦਾਂ ਕਿਸੇ ਨੇ 50 ਪਾਉਂਡ 100 ਪਾਉਂਡ ਲੈਣੀ ਹੈ, ਫਿਰ ਉਹਨੂੰ ਅਸੀਂ ਦੋਨੋਂ ਜਾਣੇ ਕਈ ਵਾਰ ਲੱਗ ਜਾਂਦੇ ਹਾਂ, ਤੋੜ ਕੇ ਫਿਰ ਦੇ ਦਿੰਦੇ ਹਾਂ। ਜਿਹੜੇ ਕਸਟਮਰ ਆ ਉਹ ਪੱਕੇ ਹੁੰਦੇ ਆ, ਜਿਹੜੇ ਆਮ ਹੀ ਆਉਂਦੇ ਜਾਂਦੇ ਰਹਿੰਦੇ ਵੀ ਰੋਜ਼ ਹੀ ਲੈ ਜਾਂਦੇ, ਜਾਂ ਬਦਲਦੇ ਰਹਿੰਦੇ, ਕੋਈ ਆਉਂਦਾ ਜਾਂਦਾ ਵੀ ਰੁਕ ਜਾਂਦਾ? Some of them, like maybe 30-40% are same, ਜਿਹੜੇ ਜਾਣਦੇ ਆ, they come again and again, but every time ਤੁਸੀਂ ਦੇਖੋਗੇ 50-60%, 70% ਬੰਦੇ ਨਵੇਂ ਵੀ ਸਾਡੇ ਕੋਲੇ ਹੋਰ ਜੁੜਦੇ ਜਾਂਦੇ ਆ ਹੌਲੀ ਹੌਲੀ। ਇਹ ਫਾਰਮ ਦਾ ਕੋਈ ਆਪਣਾ ਆਨੰਦ ਹੈ ਵੀ ਉੱਥੋਂ ਤੋੜ ਕੇ ਤੇ ਇੱਥੇ ਫਾਰਮ ਦੇ ਵਿੱਚ ਹੀ ਵੇਚਣੀ, ਬਜਾਏ ਇਹਦੇ ਵੀ ਇੱਕ ਬੰਦਾ ਸਟੋਰ ਦੇ ਵਿੱਚੋਂ ਲੈਂਦਾ ਜਾਂ ਵੇਚਦਾ? ਦੇਖੋ ਜੀ ਫਰੈਸ਼ ਫਰੂਟ ਖਾਣਾ ਤਾਂ ਇਟਸ ਆਲਵੇਜ਼ ਲਾਈਕ ਲੱਕੀ, ਯੂ ਕੈਨ ਸੇ ਹੈਲਦੀ ਐਜ਼ ਵੈਲ। ਜਿਹੜੀ ਵੀ ਚੀਜ਼ ਕੋਈ ਪ੍ਰੀਜ਼ਰਵ ਕੀਤੀ ਹੋਈ ਹੈ, ਜਾਂ ਪਹਿਲਾਂ ਉਹ ਗਰਮ ਟੈਂਪਰੇਚਰ ਸੀ, ਫਿਰ ਉਹਨੂੰ ਠੰਡਾ ਕੀਤਾ, ਫਿਰ ਉਹਨੂੰ ਟਰਾਂਸਪੋਰਟ ਕੀਤਾ, ਫਿਰ ਠੰਡਾ ਕੀਤਾ, ਉਹਦੇ 'ਚ ਉਹ ਚੀਜ਼ ਨਹੀਂ ਰਹਿੰਦੀ। ਯੂ ਕੈਨ ਫੀਲ, ਤੁਸੀਂ ਹੁਣ ਇਹਨੂੰ ਖਾ ਕੇ ਦੇਖੋ ਤੇ ਸਟੋਰ ਵਾਲੀ ਖਾਓਗੇ ਤਾਂ ਯੂ ਮਤਲਬ ਕੈਨ ਮੇਕ ਦ ਡਿਫਰੈਂਸ, ਯੂ ਕੈਨ ਫੀਲ ਦ ਡਿਫਰੈਂਸ, ਬਹੁਤ ਫਰਕ ਹੈ ਜੀ। ਅੱਛਾ, ਬਲੂਬੇਰੀ ਪਹਿਲਾਂ ਫਾਰਮ ਦੇ ਵਿੱਚ ਹੁੰਦੀ ਆ, ਫਾਰਮ ਵਾਲੇ ਫਿਰ ਤੁਹਾਡੇ ਕੋਲ ਕੈਨਰੀ ਤੇ ਲੈ ਕੇ ਆਉਂਦੇ ਆ, ਕੈਨਰੀ ਤੋਂ ਤੁਸੀਂ ਪੈਕ ਕਰਕੇ ਫਿਰ ਲੈ ਕੇ ਆਉਂਦੇ, ਇਹਦੇ ਵਿੱਚ ਕੋਈ ਪ੍ਰੋਸੈਸਿੰਗ ਜਾਂ ਕੋਈ ਜਿਹੜੇ ਪ੍ਰੀਜ਼ਰਵੇਟਿਵਸ ਐਡ ਹੁੰਦੇ ਆ? ਨਹੀਂ, ਬਲੂਬੇਰੀ 'ਚ ਲੋੜ ਨਹੀਂ ਜੀ, ਬਲੂਬੇਰੀ ਚੱਲ ਜਾਂਦਾ ਹੈ। ਸਟ੍ਰਾਬੇਰੀ ਐਸਾ ਫਰੂਟ ਹੈ, ਇਹ 2-3 ਦਿਨ ਤੋਂ ਬਾਅਦ ਰਹਿੰਦਾ ਨਹੀਂ। ਜਿਹੜੀ ਬਲੂਬੇਰੀ ਹੈ, ਬਲੂਬੇਰੀ ਤੁਸੀਂ ਅੰਟਿਲ ਐਂਡ ਅਨਲੈਸ ਯੂ ਮੇਨਟੇਨ ਦ ਟੈਂਪਰੇਚਰ, ਇਟ ਕੁਡ ਬੀ ਸਸਟੇਨਡ। ਔਰ ਸਾਡੇ ਤਾਂ ਆਪਣੇ ਫਾਰਮ ਹੈ ਜੀ, ਵੀ ਡੋਂਟ ਪਰਚੇਜ਼ ਫਰੋਮ ਆਊਟਸਾਈਡ, ਸਾਡੇ ਆਪਣੇ ਫਾਰਮ ਹੈ, ਅਸੀਂ ਉਹਨੂੰ ਤੋੜਦੇ ਹਾਂ, ਫਿਰ ਕੈਨਰੀ 'ਚ ਪੈਕ ਕਰਕੇ ਅਸੀਂ ਹੋਲਸੇਲ 'ਚ, ਜਦੋਂ ਅਸੀਂ ਪਹਿਲਾਂ ਦੱਸਿਆ, ਵੇਚਦੇ ਹਾਂ। ਬਟ ਇੱਥੇ ਕਿਉਂਕਿ ਸਟ੍ਰਾਬੇਰੀ ਅਸੀਂ ਇੱਥੇ ਵੇਚਦੇ ਹਾਂ ਜ਼ਿਆਦਾ, ਇਸ ਕਰਕੇ ਨਾਲ ਬਲੂਬੇਰੀ ਵੀ ਰੱਖੀ ਹੋਈ ਹੈ ਜੀ। ਫਾਰਮਿੰਗ ਦਾ ਇਹ ਵੀ ਫਿਊਚਰ ਹੈਗਾ, ਇੱਕ ਇਹ ਵੀ ਤਰੀਕਾ ਹੈਗਾ ਜਿਹੜਾ ਤੁਸੀਂ ਵਰਤ ਰਹੇ ਹੋ ਵੀ ਸਟਾਲ ਲਾ ਕੇ ਇਦਾਂ ਵੇਚਣਾ? ਕਹਿੰਦੇ 10 ਕਸਟਮਰਸ ਦੇ ਆ ਵੇਟਿੰਗ। ਸੋ ਦੋਸਤੋ, ਅਸੀਂ ਇੱਕ ਅੱਜ ਸਰੀ BC ਦਾ ਰੰਗ ਦੇਖਿਆ, ਜਿਹੜਾ ਅਕਸਰ ਤੁਸੀਂ ਰੋਡ ਦੇ ਉੱਤੇ ਦੇਖਦੇ ਆ। ਬਹੁਤੇ ਲੋਕਾਂ ਨੂੰ ਇਹਦਾ ਨਹੀਂ ਪਤਾ ਹੁੰਦਾ, ਜਿਹੜੇ ਸਰੀ ਤੋਂ ਬਾਹਰ ਰਹਿੰਦੇ ਆ ਉਹਨਾਂ ਨੂੰ ਇਸ ਮਾਹੌਲ ਬਾਰੇ ਨਹੀਂ ਪਤਾ ਹੁੰਦਾ। ਇਹਦਾ ਇੱਕ ਆਪਣਾ ਹੀ ਆਨੰਦ ਆ ਕਿ ਪਿੱਛੇ ਫਾਰਮ ਦੇ ਵਿੱਚ ਰੈਸਬੇਰੀ ਟੁੱਟ ਰਹੀ ਆ, ਟੁੱਟ ਕੇ ਇੱਥੇ ਆ ਰਹੀ ਆ ਤੇ ਲੋਕ ਖਰੀਦ ਕੇ ਲਿਜਾ ਰਹੇ ਆ। ਫਾਰਮਿੰਗ ਘਾਟੇ ਦਾ ਸੌਦਾ ਮੰਨਿਆ ਜਾਂਦਾ ਇੱਥੇ, ਕਿ ਫਾਰਮਿੰਗ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਚਦਾ ਨਹੀਂ। 2-4 ਗੱਲਾਂ ਇੱਥੇ ਹੋਰ ਵੀ ਆ ਕਿ ਫਾਰਮਿੰਗ ਦੇ ਵਿੱਚ ਬਹੁਤੇ ਪੰਜਾਬੀ ਨੇ, ਜਿਹੜੇ ਗੋਰੇ ਸੀਗੇ ਜਾਂ ਦੂਜੀਆਂ ਕਮਿਊਨਿਟੀ ਸੀਗੀਆਂ, ਉਹ ਫਾਰਮਿੰਗ ਨਹੀਂ ਕਰਦੇ, ਜਿਹੜੇ ਕਰਦੇ ਸੀ ਉਹ ਛੱਡ ਗਏ ਆ। ਪੰਜਾਬੀ ਇਹ ਕਹਿੰਦੇ ਆ ਕਿ ਇਹਦੇ ਵਿੱਚ ਬਚਦਾ ਕੁਛ ਨਹੀਂ, ਕਿਉਂਕਿ ਖਾਸ ਕਰਕੇ ਜਿਹੜੀ ਬਲੂਬੇਰੀ ਆ ਉਹਦਾ ਰੇਟ ਹੀ ਨਹੀਂ ਪਤਾ ਲੱਗਦਾ ਕਿ ਕਿੰਨਾ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਿਨੀਮਮ ਸਪੋਰਟ ਪ੍ਰਾਈਸ ਹੋਣਾ ਚਾਹੀਦਾ, ਇਹਨਾਂ ਨੂੰ ਬੇਰੀ ਦੇਣ ਤੋਂ ਬਾਅਦ ਵੀ ਨਹੀਂ ਪਤਾ ਹੁੰਦਾ ਕਿ ਕਿਸ ਰੇਟ ਤੇ ਗਈ ਹੈ। ਤੇ ਜਦੋਂ ਫਿਰ ਉਹ ਕੈਨਰੀ ਵਾਲੇ ਜਾ ਕੇ 6 ਮਹੀਨਿਆਂ ਨੂੰ ਦੱਸਦੇ ਆ ਕਿ ਤੁਹਾਡੀ ਫਲਾਣੀ ਦੇ ਟਾਈਮ ਬੇਰੀ ਆਈ ਸੀ, ਉਹ ਇੰਨੇ ਦੀ ਸੀ। ਉਹਦਾ ਇੱਕ ਮਾਡਲ ਇਹ ਆ ਕਿ ਇਹਨੂੰ ਇਸ ਤਰੀਕੇ ਦੇ ਨਾਲ ਵੇਚਿਆ ਜਾ ਸਕਦਾ। ਹਾਲਾਂਕਿ ਸਾਰੀ ਫਾਰਮਿੰਗ ਦਾ ਸੋਲੂਸ਼ਨ ਇਹ ਨਹੀਂ ਕਿ ਸਾਰੇ ਨਹੀਂ ਵੇਚਣ ਲੱਗ ਸਕਦੇ, ਪਰ ਜਿਹੜਾ ਕੋਈ ਵੀ ਲੱਗ ਸਕਦਾ, ਇਹਦਾ ਯਤਨ ਜ਼ਰੂਰ ਕੀਤਾ ਜਾ ਰਿਹਾ। ਔਰ ਇੱਕ ਬਹੁਤ ਚੰਗੀ ਗੱਲ ਆ ਕਿ ਜਿਹੜੇ ਲੋਕ ਨੇ ਉਹ ਫੀਲ ਕਰਦੇ ਆ ਫਾਰਮ ਦੇ ਵਿੱਚੋਂ ਚੀਜ਼ ਨੂੰ ਖਰੀਦਣ ਦਾ, ਖਰੀਦ ਕੇ ਫਿਰ ਉਹਨੂੰ ਘਰ ਲਿਜਾਣ ਦਾ, ਤੇ ਇਹਦੇ ਨਾਲ ਕੁਦਰਤੀ ਤੌਰ ਤੇ ਉਹਨੂੰ ਆਰਥਿਕ ਫਾਇਦਾ ਵੀ ਹੁੰਦਾ। ਕਈ ਥਾਵਾਂ ਦੇ ਉੱਤੇ ਤੁਹਾਨੂੰ ਪਿਕ ਕਰਨ ਨੂੰ, ਜਿਹੜਾ ਯੂ ਪਿਕ ਆ, ਕਿ ਤੁਸੀਂ ਜਾ ਕੇ ਆਪ ਪਿਕ ਕਰ ਸਕਦੇ ਹੋ। ਵੀਕਐਂਡ ਦੇ ਉੱਤੇ ਬਹੁਤ ਸਾਰੇ ਲੋਕ ਆ ਇਹਨਾਂ ਫਾਰਮਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ, ਉਹਨਾਂ ਨੂੰ ਦੱਸਦੇ ਆ ਕਿ ਕਿੱਦਾਂ ਗਰੋ ਹੁੰਦੀ ਆ, ਤੁਹਾਡੇ ਟੇਬਲ ਤੱਕ ਕਿੱਦਾਂ ਆਉਂਦੀ ਆ। ਉਹਦਾ ਇੱਕ ਆਪਣਾ ਆਨੰਦ ਆ। ਸਰੀ ਦਾ ਇੱਕ ਵੱਖਰਾ ਰੰਗ ਇਹ ਵੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।